स्वागत है ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ ਤੇ। ਮੇਰਾ ਨਾਮ ਮੋਨੂ ਹੈ ਤੇ ਮੇਰੀ ਉਮਰ 27 ਸਾਲ ਹੈ। ਮੈਂ ਬਹੁਤ ਗਰੀਬ ਸੀ ਜਦੋਂ ਮੇਰਾ ਵਿਆਹ ਹੋਇਆ ਸੀ। ਉਦੋਂ ਤੋਂ ਮੇਰੇ ਘਰ ਗੈਰ ਲੜਕੀਆਂ ਨੇ ਆਣਾ ਜਾਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮੇਰੀ ਪਤਨੀ ਕੋਲ ਇੱਕ ਅਜਿਹਾ ਪੇਪਰ ਸੀ ਜਿਸ ਨੂੰ ਉਹ ਦਿੰਦੀ ਉਸ ਦੀ ਨੌਕਰੀ ਲੱਗ ਜਾਂਦੀ। ਮੈਂ ਹੈਰਾਨ ਸੀ ਕਿਉਂਕਿ ਮੈਂ ਮਜ਼ਦੂਰ ਸੀ ਤੇ ਸਾਰਾ ਦਿਨ ਕੰਮ ਕਰਦਾ ਸੀ। मेरी पत्नी ने मेरी नौकरी नहीं लगवाई सी। गुस्से च मैं अपनी पत्नी नूं तलाक देने दा सोच लिया। एक रात जदों मैं तलाक दे पेपर अलमारी चों कढे तां उस कोल रखी फाइल नूं देख के तां मेरे होश उड़ गए क्योंकि मेरी पत्नी तां बहुत वड्डी। अज मेरा विआह सी ते अजिहा सुपना पूरा होण जा रिहा सी जो हर माता पिता अपने बच्चों लई देखते हैं। वो लड़की मेरी जिंदगी च आने वाली सी जो मेरी पत्नी बन गई सी। उसनूं मैं आज तो पहला कदे नहीं देखा सी क्योंकि साडे गरीबां दी अजिही किस्मत किथे जिथे पहला लड़की दिखाई जावे ते फिर साडा विआह होवे। असीं तां किस्मत समझ के खुश हो जांदे हां। मेरा विआह भी धूमधाम नाल तां नहीं होया सी पर इज्जत नाल होया सी। पता नहीं ਉਹ ਲੜਕੀ ਦਿਸਣ 'ਚ ਕਿਉਂ ਜਿਹੀ ਹੋਵੇਗੀ। ਇਹ ਸਾਰੀਆਂ ਗੱਲਾਂ ਮੇਰੇ ਦਿਮਾਗ 'ਚ ਚੱਲ ਰਹੀਆਂ ਸਨ। ਮੈਂ ਦੋਸਤਾਂ ਨਾਲ ਬਾਹਰ ਬੈਠਾ ਹੋਇਆ ਸੀ। ਮੇਰੇ ਦੋਸਤ ਮੈਨੂੰ ਛੇੜ ਰਹੇ ਸਨ ਕਿ ਭਾਈ ਤੇਰੀ ਤਾਂ ਲਾਟਰੀ ਲੱਗ ਗਈ, ਤੇਰੀ ਪਤਨੀ ਤਾਂ ਬਹੁਤ ਸੁੰਦਰ ਹੈ। ਮੇਰੇ ਦਿਲ ਹੀ ਦਿਲ ਲੱਡੂ ਫੁੱਟ ਰਹੇ ਸਨ ਕਿ ਸੱਚਮੁੱਚ ਮੇਰੀ ਪਤਨੀ ਇੰਨੀ ਸੋਹਣੀ ਹੈ। ਇੰਨੇ 'ਚ ਮਾਂ ਨੇ ਮੈਨੂੰ ਆਵਾਜ਼ ਮਾਰੀ ਕਿ ਬੇਟਾ ਹੁਣ ਘਰ आ जाओ, बहू तेरी उड़ीक कर रही है। मैं दोस्तां नूं जान लई किया ते खुद घर दे अंदर चला गया। कमरे च गया तां ओह घुंड कड्डी बैठी सी। मैं एक एक कदम चलदा होया उसदे कोल पहुंचिया ते तेज धड़के दिल नाल उसदा घुंड चुक्या तां ओह मैनूं किसी चंद तो घट नहीं सी लगी जिवें कि मेरे दोस्त आख रहे सन। मेरी पत्नी तां उस नालों भी 2 गुना ज़्यादा सोहनी सी। मैं कदे सोचिया नहीं सी कि मेरी किस्मत भी इन्नी ज़्यादा चंगी हो सकती है। मैं इन्हां ख्यालां च गुम सी कि अचानक मेरी नज़र मेरी पत्नी दे हत्थां ते पई। उसदे हत्थ कुछ पेपर सन जिन्हां नूं देख के मैं हैरान हो गया कि मेरी पत्नी दे हत्थ की है। मैं अपनी पत्नी तो पूछा तो वो आखन लगी कि यह ਉਹ ਕਾਗਜ਼ ਹੈ ਜੋ ਮੇਰੀ ਮਾਂ ਨੇ ਮੈਨੂੰ ਬਚਪਨ 'ਚ ਦਿੱਤੇ ਸਨ ਤੇ ਇਹ ਮੇਰੀ ਮਰੀ ਹੋਈ ਮਾਂ ਦੀ ਆਖਰੀ ਨਿਸ਼ਾਨੀ ਹੈ ਜੋ ਮੇਰੇ ਕੋਲ ਹੈ। ਫਿਰ ਮੈਂ ਗੱਲ ਬਦਲ ਦਿੱਤੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਪਤਨੀ ਨੂੰ ਇਹ ਲੱਗੇ ਕਿ ਮੈਂ ਸ਼ੱਕੀ ਕਿਸਮ ਦਾ ਬੰਦਾ ਹਾਂ ਤੇ ਉਂਝ ਵੀ ਇਹ ਮੇਰੇ ਵਿਆਹ ਦੀ ਪਹਿਲੀ ਰਾਤ ਸੀ। ਸਵੇਰ ਹੋਈ ਤਾਂ ਮੈਂ ਰੋਜ਼ਾਨਾ ਵਾਂਗ ਕੰਮ ਤੇ ਚਲਾ ਗਿਆ क्योंकि गरीब जेकर एक दिन भी काम पे ना जावे ता उस लिए 2 वक्त की रोटी खाना भी मुश्किल हो जाता है। पर शाम नूं जिवें ही घर वापस आया तां मैनूं घर 'च अजीब जिहा माहौल महसूस होया। मैनूं अजिहा लग्या जिवें साडे घर 'च बहुत सारे लोग आए सन। पूरे घर 'च अजीब जिही बदबू फैली हुई सी। मैं अपनी पत्नी तो पूछया ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹ ਆਖਣ ਲੱਗੀ ਕਿ ਨਹੀਂ ਇੱਥੇ ਕੋਈ ਨਹੀਂ ਆਇਆ ਸੀ। ਮੈਂ ਘਰ ਦੇ ਚਾਰੇ ਪਾਸੇ ਨਜ਼ਰ ਮਾਰੀ। ਮੈਨੂੰ ਮੇਰੇ ਮਾਤਾ ਪਿਤਾ ਕਿਤੇ ਨਜ਼ਰ ਨਹੀਂ ਆ ਰਹੇ ਸਨ। ਮੈਂ ਆਪਣੀ ਪਤਨੀ ਨੂੰ ਪੁੱਛਿਆ ਤਾਂ ਉਹ ਆਖਣ ਲੱਗੀ ਕਿ ਤੁਹਾਡੇ ਜਾਣ ਤੋਂ 2 ਘੰਟੇ ਬਾਅਦ ਉਹ ਦੂਜੇ ਸ਼ਹਿਰ ਚਲੇ ਗਏ ਸਨ ਤੇ ਮੈਨੂੰ ਜਾਂਦੇ ਹੋਏ ਇਹ ਆਖ ਗਏ ਕਿ ਜਦੋਂ ਤੁਸੀਂ ਕੰਮ ਤੋਂ ਵਾਪਸ ਆਏ ਤਾਂ ਤੁਹਾਨੂੰ ਦੱਸ ਦੇਵਾਂ कि ਤੁਹਾਡੀ ਦਾਦੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਇਸ ਲਈ ਉਹਨਾਂ ਨੂੰ ਜਾਣਾ ਪਿਆ। ਮੈਂ ਹੱਥ ਮੂੰਹ ਧੋਤਾ। ਪਤਨੀ ਨੇ ਖਾਣਾ ਲਗਾਇਆ। ਖਾਣਾ ਖਾਣ ਤੋਂ ਬਾਅਦ ਅਸੀਂ ਸੋ ਗਏ। ਸੌਂਦੇ ਸਮੇਂ ਵੀ ਮੇਰੇ ਦਿਮਾਗ 'ਚ ਉਹੀ ਸਭ ਘੁੰਮ ਰਿਹਾ ਸੀ ਪਰ ਮੈਂ ਇਸ ਗੱਲ ਨੂੰ ਆਪਣੇ ਦਿਮਾਗ ਤੇ ਜ਼ਿਆਦਾ ਸਵਾਰ ਹੋਣ ਨਹੀਂ ਦਿੱਤਾ ਕਿਉਂਕਿ ਮੇਰੀ ਪਤਨੀ ਦਾ ਵਿਵਹਾਰ ਮੇਰੇ ਨਾਲ ਬਹੁਤ ਚੰਗਾ ਸੀ ਤੇ ਮੈਂ ਸ਼ੱਕ ਕਰਦਾ ਵੀ ਤਾਂ ਕਿਵੇਂ। ਮੇਰੇ ਕੋਲ ਕੋਈ ਸਬੂਤ ਵੀ ਤਾਂ ਨਹੀਂ ਸੀ। ਸਵੇਰ ਹੋਈ ਤੇ ਮੈਂ ਕੰਮ ਤੇ ਜਾਣ ਲਈ ਘਰੋਂ ਨਿਕਲਿਆ ਤਾਂ ਨਾਲ ਵਾਲੀ ਗੁਆਂਢਣ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ
ਦੇਖ ਰਹੀ ਸੀ। ਮੈਂ ਉਸ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਤੇ ਅੱਗੇ ਵਧ ਗਿਆ। ਜਿਵੇਂ ਹੀ ਮੈਂ ਗਲੀ 'ਚ ਮੁੜਿਆ, ਉੱਤੇ ਮੁਹੱਲੇ ਦੀ ਇੱਕ ਔਰਤ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ, ਜਿਵੇਂ ਮੈਂ ਕੋਈ ਵੱਡਾ ਪਾਪ ਕੀਤਾ ਹੋਵੇ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਸੀ, ਕਿਉਂਕਿ ਅੱਜ ਤੋਂ ਪਹਿਲਾਂ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ ਸੀ। ਆਪਣੇ ਤੇਜ਼ ਕਦਮਾਂ ਨਾਲ ਤੁਰਦਾ ਕੰਮ ਤੇ ਚਲਾ ਗਿਆ, ਕਿਉਂਕਿ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਸੀ। ਸਾਰਾ ਦਿਨ ਕੰਮ ਤੋਂ ਥੱਕਿਆ ਹਾਰਾ ਘਰ ਆਇਆ ਤੇ ਬੈੱਡ ਤੇ ਆ ਕੇ ਪੈ ਗਿਆ। ਮੇਰੀ ਪਤਨੀ ਸਾਹਮਣੇ ਬੈਠੀ ਸੀ ਤੇ ਉਸਨੂੰ ਮੇਰੇ ਆਉਣ ਦੀ ਖਬਰ ਹੀ ਨਹੀਂ ਸੀ ਕਿ ਮੈਂ ਘਰ ਆ ਗਿਆ ਹਾਂ। ਉਹੀ ਕਾਗਜ਼ ਹੱਥ 'ਚ ਫੜੀ ਕਿਸੇ ਡੂੰਘੀ ਸੋਚ ਡੁੱਬੀ ਹੋਈ ਸੀ, ਜੋ ਵਿਆਹ ਦੀ ਪਹਿਲੀ ਰਾਤ ਉਸਦੇ ਹੱਥ 'ਚ ਸੀ। ਮੈਂ ਉਸਨੂੰ ਇੱਕ ਦੋ ਆਵਾਜ਼ਾਂ ਦਿੱਤੀਆਂ, ਪਰ ਮੇਰੀਆਂ ਗੱਲਾਂ ਦਾ ਉਸ 'ਤੇ ਕੋਈ ਅਸਰ ਨਾ ਹੋਇਆ। ਤਾਂ ਮੈਂ ਉਸਨੂੰ ਮੋਢੇ ਤੋਂ ਫੜ ਕੇ ਝੰਜੋੜਿਆ ਤਾਂ ਉਹ ਇੱਕਦਮ ਚੌਂਕ ਕੇ ਖੜੀ ਹੋ ਗਈ ਤੇ ਆਖਣ ਲੱਗੀ ਕਿ ਤੁਸੀਂ ਕਦੋਂ ਆਏ? ਉਸਦਾ ਚਿਹਰਾ ਦੁੱਖ 'ਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਸੀ ਤੇ ਉਹ ਮੈਨੂੰ ਦੇਖ ਰਹੀ ਸੀ ਜਿਵੇਂ ਉਸਨੇ ਪਹਿਲੀ ਵਾਰ ਮੈਨੂੰ ਦੇਖਿਆ ਹੋਵੇ। ਦੋਵੇਂ ਮੋਢਿਆਂ ਤੋਂ ਫੜ ਕੇ ਮੈਂ ਉਸਨੂੰ ਮੰਜੇ ਤੇ ਬਿਠਾਇਆ ਤੇ ਪੁੱਛਿਆ ਕਿ ਕੋਈ ਪਰੇਸ਼ਾਨੀ ਹੈ ਤਾਂ ਮੈਨੂੰ ਦੱਸ। ਪਹਿਲਾਂ ਤਾਂ ਉਹ 20-25 ਮਿੰਟ ਚੁੱਪ ਰਹੀ, ਫਿਰ ਆਖਣ ਲੱਗੀ ਕਿ ਮੈਨੂੰ ਮੇਰੀ ਮਾਂ ਦੀ ਬਹੁਤ ਯਾਦ ਆ ਰਹੀ ਹੈ, ਕਿਉਂਕਿ ਇਹ ਕਾਗਜ਼ ਮੈਨੂੰ ਮਾਂ ਦੀ ਯਾਦ ਦਿਵਾਉਂਦਾ ਹੈ। ਅਜੇ ਅਸੀਂ ਗੱਲਾਂ ਕਰ ਹੀ ਰਹੇ ਸੀ ਕਿ ਅਚਾਨਕ ਗੁਆਂਢਣ ਸਾਡੇ ਘਰ ਆ ਗਈ। ਉਸਦੇ ਆਉਂਦੇ ਹੀ ਮੇਰੀ ਪਤਨੀ ਉੱਠ ਕੇ ਕਮਰੇ ਚਲੀ ਗਈ ਤੇ ਗੁਆਂਢਣ ਮੇਰੀ ਪਤਨੀ ਨੂੰ ਅਜੀਬ ਨਜ਼ਰਾਂ ਨਾਲ ਦੇਖਦੀ ਰਹੀ। ਫਿਰ ਅਚਾਨਕ ਉਹ ਮੈਨੂੰ ਆਖਣ ਲੱਗੀ ਕਿ ਬੇਟਾ, ਜਵਾਨ ਪਤਨੀ ਨੂੰ ਇਕੱਲਾ ਘਰ 'ਚ ਛੱਡ ਕੇ ਕੰਮ ਤੇ ਚਲਾ ਜਾਂਦਾ ਹੈ। ਥੋੜਾ ਖਿਆਲ ਰੱਖਿਆ ਕਰ ਕਿ ਤੇਰੇ ਕੰਮ ਤੇ ਜਾਣ ਤੋਂ ਬਾਅਦ ਪਤਨੀ ਕੀ ਕਰ ਰਹੀ ਹੈ। ਇਹ ਗੱਲ ਸੁਣ ਮੇਰੇ ਤਨ ਬਦਨ 'ਚ ਅੱਗ ਲੱਗ ਗਈ, ਕਿਉਂਕਿ ਉਹ ਮੇਰੀ ਪਤਨੀ ਤੇ ਦੋਸ਼ ਲਾ ਰਹੀ ਸੀ, ਮੇਰੀ ਪਤਨੀ ਨੂੰ ਗਲਤ ਆਖ ਰਹੀ ਸੀ। ਮੈਂ ਉਸਨੂੰ ਕੁਝ ਨਹੀਂ ਆਖ ਸਕਦਾ ਸੀ, ਕਿਉਂਕਿ ਉਹ ਮੇਰੇ ਤੋਂ ਵੱਡੀ ਸੀ ਤੇ ਉਂਝ ਵੀ ਜੇਕਰ ਮੈਂ ਕੁਝ ਕਹਿੰਦਾ ਤਾਂ ਬਦਨਾਮੀ ਮੇਰੀ ਪਤਨੀ ਦੀ ਹੀ ਹੁੰਦੀ। ਦੋ ਚਾਰ ਗੱਲਾਂ ਕਰਕੇ ਉੱਠ ਕੇ ਚਲੀ ਗਈ। ਉਸਦੇ ਜਾਂਦੇ ਹੀ ਮੇਰੀ ਪਤਨੀ ਕਮਰੇ 'ਚੋਂ ਬਾਹਰ ਆ ਕੇ ਮੇਰੇ ਕੋਲ ਬੈਠ ਗਈ। ਉਸਨੇ ਮੈਨੂੰ ਖਾਣਾ ਦਿੱਤਾ। ਮੈਂ ਖਾਣਾ ਖਾ ਕੇ ਮੰਜੇ ਤੇ ਪੈ ਗਿਆ। ਪਹਿਲਾਂ ਗੁਆਂਢ ਦੀਆਂ ਔਰਤਾਂ ਦਾ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਣਾ, ਫਿਰ ਅਜਿਹੀਆਂ ਗੱਲਾਂ ਮੈਨੂੰ ਸ਼ੱਕ 'ਚ ਪਾ ਰਹੀਆਂ ਸਨ ਕਿ ਸੱਚਮੁੱਚ ਮੇਰੀ ਪਤਨੀ ਸਹੀ ਲੜਕੀ ਨਹੀਂ ਸੀ, ਕਿ ਜਦੋਂ ਮੈਂ ਘਰ ਨਹੀਂ ਹੁੰਦਾ ਤਾਂ ਉਹ ਗੈਰ ਲੜਕਿਆਂ ਨੂੰ ਘਰੇ ਬੁਲਾਉਂਦੀ ਹੈ। ਸਵੇਰੇ ਉੱਠ ਕੇ ਬਿਨਾਂ ਖਾਣਾ ਖਾਦੇ ਮੈਂ ਕੰਮ ਤੇ ਚਲਾ ਗਿਆ, ਕਿਉਂਕਿ ਮੇਰਾ ਦਿਲ ਕੁਝ ਵੀ ਖਾਣ ਨੂੰ ਨਹੀਂ ਕਰ ਰਿਹਾ ਸੀ। ਕਹਿੰਦੇ ਹਨ ਕਿ ਜਦੋਂ ਇਨਸਾਨ ਨੂੰ ਦਿਮਾਗੀ ਸਕੂਨ ਨਾ ਹੋਵੇ ਤਾਂ ਉਸਦਾ ਕੁਝ ਵੀ ਖਾਣ ਪੀਣ ਨੂੰ ਦਿਲ ਨਹੀਂ ਕਰਦਾ। ਅੱਧਾ ਦਿਨ ਮੈਂ ਕੰਮ ਸਹੀ ਕਰਦਾ ਰਿਹਾ, ਪਰ ਭੁੱਖ ਕਰਕੇ ਮੇਰੀ ਤਬੀਅਤ ਖਰਾਬ ਹੁੰਦੀ ਜਾ ਰਹੀ ਸੀ ਤੇ ਅਚਾਨਕ ਬੇਹੋਸ਼ ਹੋ ਗਿਆ। ਤਾਂ ਮੈਨੂੰ ਕੰਮ ਤੋਂ ਛੁੱਟੀ ਮਿਲ ਗਈ ਤੇ ਮੈਂ ਘਰ ਵਾਪਸ ਆ ਗਿਆ। ਜਿਵੇਂ ਹੀ ਮੈਂ ਘਰ ਦੇ ਬਾਹਰ ਪਹੁੰਚਿਆ ਤਾਂ ਦਰਵਾਜ਼ੇ ਤੇ ਬਹੁਤ ਸਾਰੇ ਜਵਾਨ ਲੜਕਿਆਂ ਦੀ ਲਾਈਨ ਲੱਗੀ ਹੋਈ ਸੀ। ਮੈਂ ਅੱਗੇ ਨਹੀਂ ਵਧਿਆ ਤੇ ਉੱਥੇ ਖੜ ਕੇ ਦੇਖਣ ਲੱਗਿਆ ਕਿ ਇਹ ਸਾਰੇ ਮੇਰੇ ਘਰ ਦੇ ਬਾਹਰ ਕੀ ਕਰ ਰਹੇ ਹਨ। ਉਹ ਵਾਰੀ-ਵਾਰੀ ਅੰਦਰ ਜਾਂਦੇ। ਇੱਕ ਲੜਕਾ ਅੰਦਰ ਜਾਂਦਾ ਤੇ ਲਗਭਗ ਅੱਧੇ ਘੰਟੇ ਬਾਅਦ ਵਾਪਸ ਆਉਂਦਾ, ਪਰ ਜਦੋਂ ਬਾਹਰ ਆਉਂਦਾ ਤਾਂ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਮਕ ਹੁੰਦੀ ਤੇ ਉਹ ਬਹੁਤ ਖੁਸ਼ ਹੁੰਦਾ। ਮੇਰੀ ਸਮਝ ਇਹ ਨਹੀਂ ਆ ਰਿਹਾ ਸੀ ਕਿ ਆਖਰ ਇਹ ਸਭ ਕੀ ਹੋ ਰਿਹਾ ਹੈ। ਮੇਰੇ ਸਿਰ ਤੇ ਅਸਮਾਨ ਟੁੱਟ ਗਿਆ ਸੀ। ਮੈਂ ਲੜਕਿਆਂ ਤੋਂ ਪੁੱਛਣ ਲੱਗਿਆ ਤਾਂ ਉਹ ਆਖ ਦਿੰਦੇ ਕਿ ਅੰਦਰ ਜੋ ਲੜਕੀ ਬੈਠੀ ਹੈ ਉਸ ਕੋਲ ਇੱਕ ਅਜਿਹਾ ਜਾਦੂਈ ਕਾਗਜ਼ ਹੈ ਜਿਸ ਨਾਲ ਸਾਡੀ ਜ਼ਿੰਦਗੀ ਬਦਲ ਗਈ। ਉਹਨਾਂ 'ਚੋਂ ਕੋਈ ਵੀ ਮੈਨੂੰ ਨਹੀਂ ਜਾਣਦਾ ਸੀ ਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਅੰਦਰ ਜਿਸ ਲੜਕੀ ਕੋਲ ਜਾ ਰਹੇ ਹਨ ਉਹ ਮੇਰੀ ਪਤਨੀ ਹੈ। ਮੈਂ ਘਰ ਦੇ ਬਾਹਰ ਖੜਾ ਸਾਰਾ ਨਜ਼ਾਰਾ ਦੇਖ ਰਿਹਾ ਸੀ। ਹੁਣ ਲੜਕੇ ਜਾ ਚੁੱਕੇ ਸਨ, ਪਰ ਆਉਣ ਵਾਲੇ ਦੋ ਲੜਕਿਆਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
मैं सोच भी नहीं सकता सी कि मेरी पत्नी अजिहा घटिया काम भी करेगी कि ਉਹ ਲੜਕੇ ਜੋ ਗੱਲਾਂ ਕਰਦੇ ਜਾ ਰਹੇ ਸਨ ਉਹ ਸੱਚ ਸਨ ਜਾਂ ਫਿਰ ਉਹ ਝੂਠ ਬੋਲ ਰਹੇ ਸਨ। ਪਰ ਉਹਨਾਂ ਨੂੰ ਝੂਠ ਬੋਲ ਕੇ ਕੀ ਮਿਲੇਗਾ? ਉਹ ਤਾਂ ਮੈਨੂੰ ਜਾਣਦੇ ਤੱਕ ਨਹੀਂ ਸਨ। 3 ਘੰਟੇ ਬਾਅਦ ਸਾਰੇ ਚਲੇ ਗਏ। ਦਿਲ ਤਾਂ ਕਰ ਰਿਹਾ ਸੀ ਕਿ ਹੁਣੇ ਜਾ ਕੇ ਪਤਨੀ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਾਂ ਤੇ ਉਸ ਤੋਂ ਪੁੱਛਾਂ ਕਿ ਮੇਰੇ ਪਿਆਰ 'ਚ ਕੀ ਕਮੀ ਰਹਿ ਗਈ ਸੀ ਕਿ ਤੂੰ ਅਜਿਹਾ ਕੰਮ ਕੀਤਾ ਤੇ ਮੇਰੇ ਜਾਣ ਤੋਂ ਬਾਅਦ ਤੂੰ ਇਹ ਸਭ ਕਿਉਂ ਕਰਦੀ ਹੈ? ਪਰ ਮੈਂ ਅਜਿਹਾ ਵੀ ਤਾਂ ਨਹੀਂ ਕਰ ਸਕਦਾ ਸੀ ਕਿਉਂਕਿ ਮੇਰਾ ਨਵਾਂ ਵਿਆਹ ਹੋਇਆ ਸੀ। ਸਾਰੇ ਮੁਹੱਲੇ ਵਾਲੇ ਕੀ ਸੋਚਦੇ ਕਿ ਮੈਂ ਆਪਣੀ ਪਤਨੀ ਨਾਲ ਕਿਉਂ ਲੜ ਰਿਹਾ ਹਾਂ? ਮੈਂ ਚੁੱਪਚਾਪ ਘਰੇ ਜਾ ਕੇ ਮੰਜੇ ਤੇ ਬੈਠ ਗਿਆ। ਮੇਰੇ ਦਿਲ 'ਚ ਹਜ਼ਾਰਾਂ ਸਵਾਲ ਉੱਠ ਰਹੇ ਸਨ ਪਰ ਉਹਨਾਂ ਦਾ ਜਵਾਬ ਮੈਂ ਕਿਵੇਂ ਆਪਣੀ ਪਤਨੀ ਤੋਂ ਪੁੱਛਦਾ? मैं बहुत परेशान हो गया सी कि उसे वेले पत्नी दी आवाज आई कि पानी ता पी लो। कदों दी खड़ी हाँ। मैं पानी दा गिलास फड़िया ते पानी पी के पै गया। मेरी पत्नी मेरे कोल बैठ गई ते मेरे मत्थे ते अपना हाथ रख लिया ते कहन लगी कि तुहानू बुखार ता नहीं है, तुहाडी तबीयत खराब लग रही है। मैं अपनी पत्नी नू अखां पाड़ के देख रहा सी। उसदी मासूम शक्ल ते विश्वास करदा ਜਾਂ ਫਿਰ ਜੋ ਸਭ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਤੇ ਜੋ ਲੜਕਿਆਂ ਦੀਆਂ ਗੱਲਾਂ ਸੁਣੀਆਂ ਸਨ ਉਹਨਾਂ ਤੇ ਵਿਸ਼ਵਾਸ ਕਰਦਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਕੁਝ ਸਮੇਂ ਬਾਅਦ ਮੇਰੀ ਪਤਨੀ ਖਾਣਾ ਲੈ ਕੇ ਆਈ ਤੇ ਕਿਹਾ ਕਿ ਤੁਹਾਡੇ ਲਈ ਤੁਹਾਡੀ ਮਨਪਸੰਦ ਭਿੰਡੀ ਬਣਾਈ ਹੈ। ਮੈਂ ਰੁੱਖੇ ਅੰਦਾਜ਼ 'ਚ ਕਿਹਾ ਕਿ ਮੈਨੂੰ ਭੁੱਖ ਨਹੀਂ ਹੈ, ਮੇਰਾ ਦਿਲ नहीं करता कुछ खान नू। मेरे एने कहन ते वो जबरदस्ती मैनू अपने हत्थां नाल खाना खवाउण लगी ते आखण लगी कि ऐ किवें नहीं खाओगे, तुसी अपनी सेहत दा तां ख्याल रखो, सारा दिन काम करदे हो ते फिर खाना नहीं खाओगे तां बीमार हो जाओगे। वो अपने हत्थां नाल मैनू खाना खवा रही सी ते मैं ਉਸਦੇ ਚਿਹਰੇ ਵੱਲ ਗੌਰ ਨਾਲ ਦੇਖ ਰਿਹਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੀ ਝੂਠੀ ਔਰਤ ਵੀ ਹੋ ਸਕਦੀ ਹੈ। ਮੇਰੇ ਸਾਹਮਣੇ ਕੁਝ ਹੋਰ ਹੁੰਦੀ ਹੈ ਤੇ ਮੇਰੀ ਪਿੱਠ ਪਿੱਛੇ ਕੁਝ ਹੋਰ। ਪਰ ਉਸਦੇ ਚਿਹਰੇ ਦੀ ਮਾਸੂਮੀਅਤ ਦੇਖ ਕੇ ਮੇਰਾ ਦਿਲ ਨਹੀਂ ਮੰਨਦਾ ਸੀ ਕਿ ਮੇਰੀ ਪਤਨੀ ਅਜਿਹਾ ਕੰਮ ਕਰੇਗੀ। ਫਿਰ ਮੈਂ ਦਿਮਾਗ ਸਕੀਮ ਬਣਾਉਣ ਲੱਗਿਆ कि किवें अपनी पत्नी नू रंगे हथी फड़ा, किवें उसका पर्दाफाश करा। मेरे दिमाग 'च आइडिया आया कि मैं सवेरे काम ते नहीं जावांगा, सारा दिन घरे रहांगा ते देखांगी कि वो लड़के मेरे घर आंदे हैं जां नहीं। सवेरे मेरी पत्नी पूजा करन लगी ते जिवें ही वो पूजा करके हटी तां मैं अखां बंद कर लईआं ਤੇ ਸੌਣ ਦਾ ਨਾਟਕ ਕਰਨ ਲੱਗਾ। ਮੇਰੇ ਕੋਲ ਆ ਕੇ ਉਸਨੇ ਮੈਨੂੰ ਨਾਸ਼ਤਾ ਕਰਕੇ ਕੰਮ ਤੇ ਜਾਣ ਲਈ ਕਿਹਾ। ਮੈਂ ਉਸਦੀ ਗੱਲ ਸੁਣਨ ਤੋਂ ਬਾਅਦ ਵੀ ਅੱਖਾਂ ਬੰਦ ਕਰਕੇ ਪਿਆ ਰਿਹਾ। ਉਸਦੇ 2-3 ਵਾਰ ਆਵਾਜ਼ ਦੇਣ ਤੇ ਵੀ ਮੈਂ ਨਾ ਉੱਠਿਆ ਤਾਂ ਉਹ ਮੇਰੇ ਕੋਲ ਆਈ ਤੇ ਉਸਨੇ ਮੇਰਾ ਹੱਥ ਫੜ ਕੇ ਹਿਲਾਇਆ ਤੇ ਉਠਾਉਣ ਲੱਗੀ। ਮੈਂ ਵੀ ਉੱਠ ਕੇ ਬੈਠ ਗਿਆ ਤਾਂ ਅਚਾਨਕ ਮੇਰੇ ਮੋਬਾਈਲ ਦੀ ਰਿੰਗ ਵੱਜਣ ਲੱਗੀ। ਮੋਬਾਈਲ ਅੰਦਰ ਚਾਰਜ ਤੇ ਲੱਗਾ ਸੀ। ਮੇਰੀ ਪਤਨੀ ਅੰਦਰ ਗਈ ਤੇ ਮੋਬਾਈਲ ਲੈ ਕੇ ਆਈ। ਮੈਂ ਸਕਰੀਨ ਤੇ ਨੰਬਰ ਦੇਖਿਆ ਤਾਂ ਉਹ ਮੇਰੇ ਪਿਤਾ ਜੀ ਦਾ ਸੀ। 20-25 ਮਿੰਟ ਪਿਤਾ ਜੀ ਨਾਲ ਗੱਲ ਹੋਈ। ਉਹ ਘਰ ਦਾ ਹਾਲ ਪੁੱਛ ਰਹੇ ਸਨ ਤੇ ਦੱਸ ਰਹੇ ਸਨ ਕਿ ਉਹਨਾਂ ਨੂੰ ਇੱਥੇ ਕੁਝ ਦਿਨ ਹੋਰ ਲੱਗ ਸਕਦੇ ਹਨ ਕਿਉਂਕਿ ਮੇਰੀ ਦਾਦੀ ਦੀ ਤਬੀਅਤ ਅਜੇ ਕੁਝ ਚੰਗੀ ਹੀ ਹੋਈ ਹੈ। ਜਿਵੇਂ ਹੀ ਗੱਲ ਬੰਦ ਹੋਈ ਤਾਂ ਮੇਰੀ ਪਤਨੀ ਨੇ ਨਾਸ਼ਤਾ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ ਤੇ ਆਖਣ ਲੱਗੀ ਕਿ ਜਲਦੀ ਨਾਸ਼ਤਾ ਕਰੋ ਤੇ ਕੰਮ ਤੇ ਜਾਓ। ਮੈਂ ਉੱਠ ਕੇ ਵਾਸ਼ਰੂਮ ਗਿਆ ਤੇ ਹੱਥ ਮੂੰਹ ਧੋਣ ਤੋਂ ਬਾਅਦ ਮੰਜੇ ਤੇ ਬੈਠ ਗਿਆ ਤੇ ਆਪਣੀ ਪਤਨੀ ਨੂੰ ਕਿਹਾ ਕਿ ਅੱਜ ਮੈਂ ਕੰਮ ਤੇ ਨਹੀਂ ਜਾਵਾਂਗਾ, ਅੱਜ ਛੁੱਟੀ ਕੀਤੀ ਹੈ। ਮੇਰੇ ਇੰਨਾ ਕਹਿਣ ਤੇ ਮੇਰੀ ਪਤਨੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਪਰੇਸ਼ਾਨ ਹੋ ਗਈ। ਉਹ ਆਖਣ ਲੱਗੀ ਕਿ
ਤੁਸੀਂ ਕੰਮ ਤੇ ਕਿਉਂ ਨਹੀਂ ਜਾਣਾ? ਤਾਂ ਮੈਂ ਕਿਹਾ ਕਿ ਅੱਜ ਅਸੀਂ ਬਾਜ਼ਾਰ ਜਾ ਕੇ ਕੁਝ ਸਮਾਨ ਖਰੀਦ ਲਿਆਉਂਦੇ ਹਾਂ, ਦੀਵਾਲੀ ਵੀ ਆਉਣ ਵਾਲੀ ਹੈ। ਮੇਰੀ ਗੱਲ ਸੁਣ, ਉਹ ਆਖਣ ਲੱਗੀ ਕਿ ਦੀਵਾਲੀ 'ਚ ਅਜੇ ਬਹੁਤ ਦਿਨ ਹਨ, ਤੁਸੀਂ ਕੰਮ ਤੇ ਜਾਓ। ਅਸੀਂ ਗਰੀਬ ਲੋਕ ਇੱਕ ਦਿਨ ਨਹੀਂ ਕਮਾਵਾਂਗੇ ਤਾਂ ਖਾਵਾਂਗੇ ਕਿੱਥੋਂ? ਜਿਵੇਂ ਤਿਵੇਂ ਕਰਕੇ ਉਸਨੇ ਮੈਨੂੰ ਕੰਮ ਤੇ ਜਾਣ ਲਈ ਮਜਬੂਰ ਕਰ ਦਿੱਤਾ। ਹੁਣ ਤਾਂ ਮੇਰਾ ਸ਼ੱਕ ਵਿਸ਼ਵਾਸ 'ਚ ਬਦਲ ਚੁੱਕਾ ਸੀ ਤੇ ਮੈਂ ਕੰਮ ਤੇ ਜਾਣ ਨੂੰ ਤਿਆਰ ਹੋ ਗਿਆ ਤਾਂ ਮੈਂ ਦੇਖਿਆ ਕਿ ਪਤਨੀ ਦੇ ਚਿਹਰੇ ਦੀ ਪਰੇਸ਼ਾਨੀ ਵੀ ਖਤਮ ਹੋ ਚੁੱਕੀ ਸੀ ਤੇ ਉਹ ਨਾਰਮਲ ਹੋ ਚੁੱਕੀ ਸੀ। ਮੈਂ ਘਰੋਂ ਬਾਹਰ ਨਿਕਲਣ ਲੱਗਿਆ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਪਤਨੀ ਉਹ ਕਾਗਜ਼ ਚੁੱਕੀ ਖੜੀ ਸੀ, ਉਸਨੂੰ ਚੁੰਮ ਰਹੀ ਸੀ। ਮੈਂ ਦਿਲ 'ਚ ਠਾਣ ਲਿਆ ਕਿ ਕੰਮ ਤੋਂ ਵਾਪਸ ਆ ਕੇ ਆਪਣੀ ਪਤਨੀ ਤੋਂ ਹਰ ਸਵਾਲ ਦਾ ਜਵਾਬ ਪੁੱਛਾਂਗਾ ਜੋ ਪਿਛਲੇ ਕਈ ਦਿਨਾਂ ਤੋਂ ਮੇਰੇ ਦਿਮਾਗ ਸਨ। ਅਜੇ ਮੈਂ ਗਲੀ 'ਚ ਜਾ ਰਿਹਾ ਸੀ ਕਿ ਇੱਕ ਨੌਜਵਾਨ ਲੜਕਾ ਉੱਚੀ ਉੱਚੀ ਆਵਾਜ਼ ਇਹ ਕਹਿੰਦਾ ਹੋਇਆ ਆ ਰਿਹਾ ਸੀ ਕਿ ਯਾਰ ਕੱਲ ਵੀ ਮੈਂ ਲੇਟ ਆਇਆ ਸੀ ਤੇ ਲਾਈਨ ਸਾਰਿਆਂ ਤੋਂ ਪਿੱਛੇ ਸੀ। ਕੱਲ ਮੇਰਾ ਨੰਬਰ ਨਹੀਂ ਲੱਗਿਆ ਸੀ, ਅੱਜ ਮੈਂ ਸਾਰਿਆਂ ਤੋਂ ਪਹਿਲਾਂ ਪਹੁੰਚ ਜਾਂਦਾ ਹਾਂ ਤਾਂ ਕਿ ਸਭ ਤੋਂ ਪਹਿਲਾ ਨੰਬਰ ਮੇਰਾ ਲੱਗੇ। ਤੇ ਉਂਝ ਵੀ ਅੰਦਰ ਤਾਂ 30 ਮਿੰਟ ਦਾ ਕੰਮ ਹੁੰਦਾ ਹੈ, ਸਾਰਿਆਂ ਤੋਂ ਪਹਿਲਾਂ ਕਰਾਂਗਾ। ਉਹ ਲੜਕਾ ਫੋਨ ਤੇ ਗੱਲਾਂ ਕਰਦਾ ਮੇਰੇ ਅੱਗੋਂ ਲੰਘ ਗਿਆ ਤੇ ਮੇਰੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖੜਾ ਹੋ ਗਿਆ। ਉਸ ਦੀਆਂ ਗੱਲਾਂ ਸੁਣ ਕੇ ਮੇਰੇ ਕਦਮ ਬੇਜਾਨ ਹੋ ਗਏ। ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਕਿ ਮੇਰੀ ਪਤਨੀ ਮੈਨੂੰ ਕੰਮ ਤੇ ਭੇਜ ਕੇ ਪਿੱਛੋਂ ਗੈਰ ਮਰਦਾਂ ਨਾਲ ਅਜਿਹਾ ਕੰਮ ਕਰਦੀ ਹੋਵੇਗੀ। ਮੈਨੂੰ ਆਪਣੀ ਪਤਨੀ ਤੇ ਗੁੱਸਾ ਆ ਰਿਹਾ ਸੀ। ਦਿਲ ਤਾਂ ਕਰ ਰਿਹਾ ਸੀ ਕਿ ਹੁਣੇ ਆਪਣੀ ਪਤਨੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਵਾਂ, ਪਰ ਮੈਂ ਉਸਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਸੀ। ਮੈਂ ਵਾਪਸ ਮੁੜ ਕੇ ਘਰ ਦੇ ਸਾਹਮਣੇ ਦੁਕਾਨ ਤੇ ਬੈਠ ਗਿਆ। ਦੁਕਾਨ ਵਾਲਾ ਮੇਰਾ ਬਚਪਨ ਦਾ ਦੋਸਤ ਸੀ, ਇਸ ਲਈ ਮੈਂ ਸਾਰੀ ਗੱਲ ਉਸਨੂੰ ਦੱਸ ਦਿੱਤੀ। ਅਸੀਂ ਦੇਖਿਆ ਕਿ ਥੋੜੇ ਚਿਰ 'ਚ ਮੇਰੇ ਘਰ ਦੇ ਬਾਹਰ ਲੰਮੀ ਲਾਈਨ ਲੱਗ ਗਈ ਤੇ ਜੋ ਲੜਕਾ ਅੰਦਰ ਜਾਂਦਾ 30 ਮਿੰਟਾਂ ਬਾਅਦ ਜਦੋਂ ਬਾਹਰ ਆਉਂਦਾ ਤਾਂ ਉਸਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਹੁੰਦੀ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਮੇਰੇ ਦੋਸਤ ਨੇ ਮੈਨੂੰ ਇਹੀ ਸਲਾਹ ਦਿੱਤੀ ਕਿ ਆਪਣੀ ਪਤਨੀ ਨੂੰ ਤਲਾਕ ਦੇ ਕੇ ਮੁਕਤ ਕਰ। ਅਜਿਹੀ ਪਤਨੀ ਤੋਂ ਤਾਂ ਚੰਗਾ ਹੈ ਬੰਦਾ ਵਿਆਹ ਕਰੇ ਹੀ ਨਾ, ਜੋ ਆਪਣੇ ਪਤੀ ਦੇ ਪਿੱਛੇ ਇਹ ਸਭ ਕੰਮ ਕਰਦੀ ਹੈ। ਮੇਰੇ ਦੋਸਤ ਦੀਆਂ ਗੱਲਾਂ ਨੇ ਮੈਨੂੰ ਹੋਰ ਗੁੱਸਾ ਦਿਵਾਇਆ ਤੇ ਮੈਂ ਸੋਚ ਲਿਆ ਕਿ ਤਲਾਕ ਦੇ ਕੇ ਰਹਾਂਗਾ। ਪਰ ਅੱਜ ਐਤਵਾਰ ਸੀ, ਇਸ ਲਈ ਕੋਰਟ ਬੰਦ ਸੀ। ਮੈਂ ਸਾਰਾ ਦਿਨ ਦੁਕਾਨ ਤੇ ਬੈਠਾ ਰਿਹਾ ਤੇ ਸ਼ਾਮ ਨੂੰ ਘਰ ਚਲਾ ਗਿਆ। ਇਹ ਆ ਕੇ ਬਾਹਰੋਂ ਖਾਣਾ ਖਾ ਕੇ ਆਇਆ ਹਾਂ ਤੇ ਬਹੁਤ ਥੱਕਿਆ ਹੋਇਆ ਹਾਂ, ਸੋ ਗਿਆ। ਸਵੇਰੇ ਮੈਂ ਬਿਨਾਂ ਨਾਸ਼ਤਾ ਕੀਤੇ ਕੰਮ ਤੇ ਜਾਣ ਦਾ ਆ ਕੇ ਘਰੋਂ ਨਿਕਲ ਆਇਆ, ਪਰ ਕੰਮ ਤੇ ਨਹੀਂ ਗਿਆ ਤੇ ਵਕੀਲ ਕੋਲ ਤਲਾਕ ਦੇ ਪੇਪਰ ਬਣਵਾਉਣ ਚਲਾ ਗਿਆ। ਵਕੀਲ ਕੋਲ ਬਹੁਤ ਭੀੜ ਸੀ। ਮੈਨੂੰ ਉੱਥੇ ਬੈਠੇ ਬੈਠੇ ਸ਼ਾਮ ਹੋ ਗਈ, ਪਰ ਮੇਰਾ ਕੰਮ ਹੋ ਗਿਆ ਸੀ। ਮੈਂ ਉਹ ਪੇਪਰ ਆਪਣੀ ਜੇਬ 'ਚ ਪਾਏ ਤੇ ਘਰ ਆ ਗਿਆ। ਪਤਨੀ ਨੇ ਮੈਨੂੰ ਖਾਣਾ ਲਿਆ ਕੇ ਦਿੱਤਾ ਤੇ ਬੈਠੇ ਬੈਠੇ ਪੁੱਛਣ ਲੱਗੀ ਕਿ ਅੱਜ ਕੱਲ ਤੁਸੀਂ ਚੁੱਪ ਰਹਿੰਦੇ ਹੋ, ਸਭ ਠੀਕ ਤਾਂ ਹੈ? ਆਉਂਦੇ ਹੀ ਛੇਤੀ ਸੋ ਜਾਂਦੇ ਹੋ। ਮੈਂ ਇਹ ਸੋਚਣ ਲੱਗਿਆ ਕਿ ਮੇਰੀ ਪਤਨੀ ਨੂੰ ਭੋਰਾ ਵੀ ਸ਼ਰਮ ਨਹੀਂ ਆਉਂਦੀ। ਮੇਰੇ ਸਾਹਮਣੇ ਖੁਦ ਨੂੰ ਇੰਨਾ ਮਾਸੂਮ ਦਿਖਾਉਂਦੀ ਹੈ ਤੇ ਅਜਿਹਾ ਦਿਖਾਉਂਦੀ ਹੈ ਜਿਵੇਂ ਮੇਰੀ ਬਾਲੀ ਫਿਕਰ ਹੋਵੇ। ਪਤਨੀ ਨੂੰ ਜਵਾਬ 'ਚ ਮੈਂ ਸਿਰਫ ਇੰਨਾ ਕਿਹਾ ਕਿ ਅੱਜ ਕੱਲ ਕੰਮ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ ਥੱਕ ਜਾਂਦਾ ਹਾਂ ਤੇ ਪੈਂਦੇ ਹੀ ਨੀਂਦ ਆ ਜਾਂਦੀ ਹੈ। ਕੁਝ ਦੇਰ ਬਾਅਦ ਪਤਨੀ ਸੋ ਗਈ ਤੇ ਮੈਂ ਪਿਆ ਅਸਮਾਨ 'ਚ ਚਮਕਦੇ ਤਾਰਿਆਂ ਵੱਲ ਦੇਖਦਾ ਰਿਹਾ। ਮੈਂ ਆਪਣੀ ਜੇਬ 'ਚੋਂ ਤਲਾਕ ਦੇ ਪੇਪਰ ਕੱਢ ਕੇ ਦੇਖਣ ਲੱਗਿਆ। ਕਦੇ ਤਲਾਕ ਦੇ ਪੇਪਰ ਦੇਖਦਾ ਤੇ ਕਦੇ ਪਤਨੀ ਦੇ ਚਿਹਰੇ ਨੂੰ ਦੇਖਦਾ। ਫਿਰ ਮੈਂ ਮੰਜੇ ਤੋਂ ਉੱਠ ਕੇ ਅੰਦਰ ਕਮਰੇ ਚਲਾ ਗਿਆ ਤੇ ਅਲਮਾਰੀ 'ਚੋਂ ਪੇਪਰ ਜਿਸ ਨੂੰ ਮੇਰੀ ਪਤਨੀ ਪਹਿਲੀ ਰਾਤ ਆਪਣੇ ਨਾਲ ਲੈ ਕੇ ਆਈ ਸੀ ਤੇ ਜਿਸ ਨੂੰ ਉਹ ਹਰ ਸਮੇਂ
ਆਪਣੀਆਂ ਅੱਖਾਂ ਸਾਹਮਣੇ ਰੱਖਦੀ ਸੀ। ਉਠਾ ਕੇ ਅਲਮਾਰੀ ਬੰਦ ਕਰਨ ਹੀ ਲੱਗਾ ਸੀ ਕਿ ਮੈਨੂੰ ਅਲਮਾਰੀ 'ਚ ਇੱਕ ਫਾਈਲ ਪਈ ਨਜ਼ਰ ਆਈ। ਮੈਂ ਫਾਈਲ ਚੁੱਕਣ ਤੋਂ ਪਹਿਲਾਂ ਬਾਹਰ ਆ ਕੇ ਇੱਕ ਨਜ਼ਰ ਆਪਣੀ ਪਤਨੀ ਨੂੰ ਦੇਖਿਆ ਤੇ ਕਿ ਕਿਤੇ ਉਹ ਜਾਗ ਤਾਂ ਨਹੀਂ ਗਈ, ਪਰ ਉਹ ਸੁੱਤੀ ਹੋਈ ਸੀ। ਮੈਂ ਵਾਪਸ ਕਮਰੇ 'ਚ ਗਿਆ ਤੇ ਉਹ ਫਾਈਲ ਕਮਰੇ 'ਚੋਂ ਕੱਢ ਕੇ ਉਸ ਉੱਪਰ ਤਲਾਕ ਦੇ ਪੇਪਰ ਰੱਖ ਦਿੱਤੇ। ਉਸੇ ਵੇਲੇ ਮੇਰੇ ਦਿਲ 'ਚ ਖਿਆਲ ਆਇਆ ਕਿ ਇੱਕ ਵਾਰ ਇਸ ਫਾਈਲ ਨੂੰ ਖੋਲ ਕੇ ਦੇਖਾਂ ਤਾਂ ਸਹੀ ਕਿ ਇਸ ਫਾਈਲ 'ਚ ਹੈ ਕੀ। ਫਾਈਲ ਖੋਲ ਕੇ ਦੇਖੀ ਤਾਂ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਜਿਵੇਂ ਜਿਵੇਂ ਮੈਂ ਉਸ ਫਾਈਲ ਨੂੰ ਪੜ੍ਹਦਾ ਜਾ ਰਿਹਾ ਸੀ, ਮੇਰੇ ਹੋਸ਼ ਉੱਡਦੇ ਜਾ ਰਹੇ ਸਨ। ਉਸ ਫਾਈਲ ਤੇ ਇੱਕ ਪਤਾ ਲਿਖਿਆ ਹੋਇਆ ਸੀ। ਮੈਂ ਉਹ ਪਤਾ ਨੋਟ ਕਰ ਲਿਆ ਤੇ ਫਾਈਲ ਉੱਥੇ ਅਲਮਾਰੀ 'ਚ ਰੱਖ ਦਿੱਤੀ ਤਾਂ ਕਿ ਪਤਨੀ ਨੂੰ ਸ਼ੱਕ ਨਾ ਹੋਵੇ। ਆਪਣੀ ਪਤਨੀ ਦਾ ਨਵਾਂ ਸੱਚ ਮੇਰੇ ਸਾਹਮਣੇ ਆਇਆ ਸੀ। ਇਹ ਪਹਿਲਾਂ ਵਾਲੇ ਤੋਂ ਵੀ ਜ਼ਿਆਦਾ ਖਤਰਨਾਕ ਸੀ। ਹੁਣ ਮੈਨੂੰ ਸਵੇਰ ਹੋਣ ਦੀ ਉਡੀਕ ਸੀ ਕਿ ਕਦੋਂ ਸੂਰਜ ਦੀ ਪਹਿਲੀ ਕਿਰਨ ਨਿਕਲੇ ਤੇ ਮੈਂ ਉਸ ਰਾਜ਼ ਦਾ ਪਤਾ ਲਗਾ ਸਕਾਂ। ਮੈਂ ਤਲਾਕ ਦੇ ਪੇਪਰ ਵੀ ਆਪਣੀ ਜੇਬ 'ਚ ਪਾ ਲਏ ਕਿਉਂਕਿ ਪਹਿਲਾਂ ਇਸ ਸੱਚਾਈ ਤੱਕ ਪਹੁੰਚਣਾ ਸੀ। ਸਵੇਰੇ ਪਤਨੀ ਦੇ ਉੱਠਣ ਤੋਂ ਪਹਿਲਾਂ ਹੀ ਮੂੰਹ ਹੱਥ ਧੋ ਕੇ ਘਰੋਂ ਚਲਾ ਗਿਆ। ਮੈਂ ਪੁੱਛਦਾ ਉਸ ਪਤੇ ਤੇ ਪਹੁੰਚ ਗਿਆ। ਮੇਰੇ ਸਾਹਮਣੇ ਕੋਈ ਘਰ ਨਹੀਂ ਸੀ, ਸਗੋਂ ਇੱਕ ਬਹੁਤ ਵੱਡੀ ਫੈਕਟਰੀ ਸੀ। ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉਸ ਤੇ ਮੇਰੀ ਪਤਨੀ ਦਾ ਨਾਂ ਲਿਖਿਆ ਹੋਇਆ ਸੀ ਤੇ ਨਾਲ ਮੇਰੀ ਪਤਨੀ ਦੀ ਤਸਵੀਰ ਵੀ ਲੱਗੀ ਹੋਈ ਸੀ। ਮੈਂ ਅੰਦਰ ਚਲਾ ਗਿਆ। ਸਾਹਮਣੇ ਇੱਕ ਦਫ਼ਤਰ ਸੀ। ਮੈਂ ਸੋਚਿਆ ਕਿ ਅੰਦਰ ਜਾ ਕੇ ਪਤਾ ਕਰਦਾ ਹਾਂ। ਜਿਵੇਂ ਹੀ ਮੈਂ ਅੰਦਰ ਪੈਰ ਧਰਿਆ ਤਾਂ ਕਮਰੇ ਦੀਆਂ ਦੀਵਾਰਾਂ ਦੇਖ ਕੇ ਮੇਰਾ ਰੰਗ ਉੱਡ ਗਿਆ। ਹਰ ਦੀਵਾਰ ਤੇ ਮੇਰੀ ਪਤਨੀ ਦੀ ਤਸਵੀਰ ਲੱਗੀ ਹੋਈ ਸੀ। ਇੱਕ ਕਮਰੇ 'ਚ ਵੱਡੀ ਕੁਰਸੀ ਜੋ ਖਾਲੀ ਸੀ, ਪਰ ਉਸ ਦੀ ਬਰਾਬਰ ਵਾਲੀ ਕੁਰਸੀ ਤੇ ਇੱਕ ਲੜਕੀ ਬੈਠੀ ਸੀ ਜੋ ਮੈਨੂੰ ਦੇਖ ਕੇ ਹੈਰਾਨ ਹੋਈ ਤੇ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ ਤੇ ਕਿਸ ਨੂੰ ਮਿਲਣਾ ਹੈ। ਮੈਂ ਉਸ ਤੋਂ ਦੀਵਾਰਾਂ ਤੇ ਲੱਗੀਆਂ ਤਸਵੀਰਾਂ ਬਾਰੇ ਪੁੱਛਿਆ ਤਾਂ ਉਹ ਆਖਣ ਲੱਗੀ ਕਿ ਇਹ ਸਾਡੀ ਮਾਲਕਨ ਦੀਆਂ ਤਸਵੀਰਾਂ ਹਨ ਜੋ ਇਸ ਫੈਕਟਰੀ ਦੀ ਮਾਲਕ ਹੈ। ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਲੜਕੀ ਜੋ ਆਖ ਰਹੀ ਹੈ ਕਿ ਇਹ ਸੱਚ ਹੈ, ਤੇ ਜੇਕਰ ਸੱਚ ਹੈ ਤਾਂ ਉਸਨੇ ਮੇਰੇ ਵਰਗੇ ਮਜ਼ਦੂਰ ਨਾਲ ਵਿਆਹ ਕਿਉਂ ਕੀਤਾ ਸੀ। ਮੇਰੇ ਨਾਲ ਇਹ ਕੀ ਹੋ ਰਿਹਾ ਸੀ। ਮੈਂ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਸੀ ਤਾਂ ਇੱਕ ਨਵਾਂ ਰਾਜ਼ ਮੇਰੇ ਸਾਹਮਣੇ ਆ ਜਾਂਦਾ ਸੀ। ਮੈਂ ਉੱਥੋਂ ਤੁਰੰਤ ਆਪਣੇ ਘਰ ਵਾਪਸ ਆ ਗਿਆ। ਘਰ ਆ ਕੇ ਮੈਂ ਆਪਣੀ ਪਤਨੀ ਨੂੰ ਸਾਰੀ ਕਹਾਣੀ ਦੱਸੀ ਤੇ ਉਸ ਤੋਂ ਪੁੱਛਿਆ ਤਾਂ ਉਹ ਮੇਰੇ ਵੱਲ ਦੇਖ ਕੇ ਮੁਸਕਰਾਈ ਤੇ ਕਹਿਣ ਲੱਗੀ ਕਿ ਮੈਂ ਇੱਕ ਅਮੀਰ ਪਿਤਾ ਦੀ ਇਕਲੌਤੀ ਬੇਟੀ ਸੀ। ਮੇਰੇ ਪਿਤਾ ਦੀ ਸਾਰੀ ਦੌਲਤ ਮੇਰੇ ਨਾਮ ਸੀ। ਮੈਂ ਅਮੀਰੀ ਦੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਸੀ ਤੇ ਮੇਰਾ ਸੁਪਨਾ ਸੀ ਕਿ ਮੇਰਾ ਵਿਆਹ ਇੱਕ ਗਰੀਬ ਵਿਅਕਤੀ ਨਾਲ ਹੋਵੇ ਜੋ ਇੱਜ਼ਤ ਦੇਣਾ ਜਾਣਦਾ ਹੋਵੇ। ਕਿਉਂਕਿ ਮੇਰੇ ਕੋਲ ਪੈਸੇ ਦੀ ਕਮੀ ਨਹੀਂ ਸੀ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕੀਤਾ ਤੇ ਰਾਜ਼ ਤੁਹਾਨੂੰ ਅੱਜ ਤੱਕ ਨਹੀਂ ਦੱਸਿਆ ਕਿ ਮੇਰੀ ਅਸਲ ਸੱਚਾਈ ਕੀ ਹੈ। ਅਸਲ 'ਚ ਜੋ ਸਾਡੇ ਘਰ ਦੇ ਬਾਹਰ ਲੜਕਿਆਂ ਦੀ ਲਾਈਨ ਲੱਗੀ ਹੁੰਦੀ ਸੀ, ਉਹ ਲੜਕੇ ਨੌਕਰੀ ਲਈ ਆਉਂਦੇ ਸਨ। ਮੈਂ ਉਹਨਾਂ ਦਾ ਇੱਕ ਇੱਕ ਕਰਕੇ ਇੰਟਰਵਿਊ ਲੈਂਦੀ ਤੇ ਉਹਨਾਂ ਦੇ ਕਾਗਜ਼ ਤੇ ਸਾਈਨ ਕਰਦੀ ਸੀ। ਉਹ ਸਾਰੇ ਮੇਰੀ ਸੈਕਟਰੀ ਨੂੰ ਉਹ ਕਾਗਜ਼ ਦਿਖਾ ਦਿੰਦੇ ਸਨ ਤੇ ਉਹਨਾਂ ਨੂੰ ਉੱਥੇ ਨੌਕਰੀ ਮਿਲ ਜਾਂਦੀ ਸੀ। ਤੇ ਮੈਨੂੰ ਘੱਟ ਸਮਝਦਾਰੀ ਲੱਗਦੇ ਤਾਂ ਮੈਂ ਉਹਨਾਂ ਨੂੰ ਦੁਬਾਰਾ ਤਿਆਰੀ ਕਰਕੇ ਆਉਣ ਦਾ ਆਖ ਦਿੰਦੀ ਸੀ। ਜੇਕਰ ਤੁਹਾਡੇ ਸਾਹਮਣੇ ਮੈਂ ਇਹ ਸਭ ਕੁਝ ਕਰਦੀ ਤਾਂ ਤੁਸੀਂ ਜ਼ਰੂਰ ਕਾਰਨ ਪੁੱਛਦੇ, ਇਸ ਲਈ ਮੈਂ ਇਹ ਸਭ ਲੁਕ ਕੇ ਕੀਤਾ। ਪਤਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਸਕੂਨ ਆਇਆ। ਮੇਰੀ ਪਤਨੀ ਇੰਨੀ ਮਾਸੂਮ, ਇੰਨੀ ਦਿਆਲੂ ਦਿਲ ਸੀ ਤੇ ਮੈਂ ਉਸ ਤੇ ਬਿਨਾਂ ਵਜ੍ਹਾ ਸ਼ੱਕ ਕਰਦਾ ਰਿਹਾ। ਮੈਂ ਭਗਵਾਨ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਮੈਂ ਉਸ ਰਾਤ ਜਲਦਬਾਜ਼ੀ 'ਚ
ਤਲਾਕ ਦੇ ਪੇਪਰ ਤੇ ਸਾਈਨ ਨਹੀਂ ਕੀਤੇ ਸਨ, ਨਹੀਂ ਤਾਂ ਇੰਨੀ ਚੰਗੀ ਪਤਨੀ ਨੂੰ ਮੈਂ ਹਮੇਸ਼ਾ ਲਈ ਗਵਾ ਦਿੰਦਾ। ਮੈਂ ਤਲਾਕ ਦੇ ਪੇਪਰ ਪਾੜ ਦਿੱਤੇ ਤੇ ਪਤਨੀ ਤੋਂ ਮਾਫੀ ਮੰਗੀ। ਬਦਲੇ 'ਚ ਮੇਰੀ ਪਤਨੀ ਨੇ ਕਿਹਾ ਕਿ ਗਲਤੀ ਉਸਦੀ ਹੈ। ਜੇਕਰ ਉਹ ਸ਼ੁਰੂ 'ਚ ਸਭ ਕੁਝ ਦੱਸ ਦਿੰਦੀ ਤਾਂ ਤੁਹਾਡੀ ਸੋਚ ਉਸ ਪਾਸੇ ਜਾਂਦੀ ਹੀ ਨਾ। ਪਰ ਉਸ ਸਭ ਤੋਂ ਮੈਨੂੰ ਇਹ ਸਬਕ ਮਿਲਿਆ ਸੀ ਕਿ ਅੱਧਾ ਸੱਚ ਬਹੁਤ ਖਤਰਨਾਕ ਹੁੰਦਾ ਹੈ। ਹਮੇਸ਼ਾ ਪੂਰੀ ਤਹਿਕੀਕਾਤ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ, ਨਹੀਂ ਤਾਂ ਪਛਤਾਵੇ ਤੋਂ ਬਿਨਾਂ ਕੁਝ ਹੱਥ ਨਹੀਂ ਆਉਂਦਾ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ, ਤਾਂ ਜੋ ਤੁਹਾਨੂੰ ਸਾਡੀਆਂ ਕਹਾਣੀਆਂ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।